ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਸ਼ਮੀਨ ਕੌਰ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਸ਼ੁਰੂ ਕਰਦੇ ਹਾਂ ਖਬਰਾਂ ਦਾ ਅੱਜ ਦਾ ਖਾਸ ਸਿਲਸਿਲਾ, ਪਰ ਉਹ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਕੁਝ ਹੈਡਲਾਈਨਸ ਤੇ। ਐਲਬਰਟਾ ਵਿੱਚ ਲਗਭਗ 20 ਸਾਲਾਂ ਬਾਅਦ ਖੁੱਲਿਆ ਗੁਰਦੁਆਰਾ। ਸਿੱਖ ਸੰਗਤਾਂ 2005 ਤੋਂ ਕਰ ਰਹੀਆਂ ਸਨ ਉਡੀਕ। IRCC ਵੱਲੋਂ ਡੈਂਟਲ ਅਸਿਸਟੈਂਟਸ ਲਈ ਵੱਡੀ ਅਪਡੇਟ, ਹੁਣ ਐਕਸਪ੍ਰੈਸ ਐਂਟਰੀ ਲਈ ਹੋਣਗੇ ਯੋਗ। ਵੱਧ ਰਹੀ ਹੈ ਡਰੱਗਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ ਜਤਾਈ ਗਈ ਚਿੰਤਾ। ਕੈਨੇਡਾ ਯੂਕਰੇਨ ਦੀ ਮਦਦ ਲਈ ਭੇਜ ਰਿਹਾ ਹੈ 272 ਬੰਦ ਵਾਹਨ, ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕੀਤਾ ਐਲਾਨ। ਭਾਰਤੀ ਪੁਲਿਸ ਵੱਲੋਂ 2 ਵਿਅਕਤੀਆਂ ਨੂੰ ਕੀਤਾ ਗਿਆ ਗਿਰਫਤਾਰ, 4 ਲੋਕਾਂ ਦੀਆਂ ਮੌਤਾਂ ਦੇ ਸੰਬੰਧ ਵਿੱਚ ਠਹਿਰਾਇਆ ਦੋਸ਼ੀ। BC ਦੇ ਪ੍ਰੀਮੀਅਰ ਡੇਵਿਡ ਐਬੀ ਨੇ ਚੁੱਕੇ ਕੁਝ ਵੱਡੇ ਕਦਮ ਜੰਗਲਾਤ ਨੂੰ ਲੈ ਕੇ। ਕੁਝ $90 ਮਿਲੀਅਨ ਦੇ ਫੰਡ ਕੀਤੇ ਆਦੀਵਾਸੀ ਭਾਈਚਾਰੇ ਅਤੇ ਜੰਗਲਾਤ ਦੇ ਉਦਯੋਗ ਵੱਲ ਕੇਂਦਰਿਤ। ਪ੍ਰੀਮੀਅਰ ਡੇਵਿਡ ਐਬੀ ਨੇ ਕਿਹਾ ਕਿ 3 ਸਾਲਾਂ ਵਿੱਚ $90 ਮਿਲੀਅਨ ਦਾ ਨਿਵੇਸ਼ ਜੰਗਲ ਉਦਯੋਗ ਵਿੱਚ ਤਬਦੀਲੀਆਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਸਾਫ਼ ਅਤੇ ਸੰਮਿਲਿਤ ਵਿਕਾਸ ਨੂੰ ਚਲਾਉਣ ਲਈ ਉੱਚ ਮੁੱਲ ਵਾਲੇ ਉਦਯੋਗਿਕ ਅਤੇ ਨਿਰਮਾਣ ਪ੍ਰੋਜੈਕਟਾਂ ਦਾ ਸਮਰਥਨ ਕਰੇਗਾ। ਐਬੀ ਨੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ, ਸਾਨੂੰ ਆਪਣੇ ਜੰਗਲਾਂ ਅਤੇ ਸਾਡੇ ਸੂਬੇ ਦੇ ਹਰ ਸਰੋਤ ਤੋਂ ਵਧੇਰੇ ਚੰਗੇ ਤਨਖਾਹ ਵਾਲੀਆਂ ਨੌਕਰੀਆਂ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਪ੍ਰੋਵਿੰਸ ਨਵੇਂ BC ਮੈਨੂਫੈਕਚਰਿੰਗ ਜੌਬ ਫੰਡ ਰਾਹੀਂ ਇਹ ਫੰਡ ਪ੍ਰਦਾਨ ਕਰੇਗਾ। ਇਹ ਜੰਗਲਾਤ ਖੇਤਰ ਵਿੱਚ ਤਬਦੀਲੀਆਂ ਤੋਂ ਆਰਥਿਕ ਪ੍ਰਭਾਵਾਂ ਦਾ ਅਨੁਭਵ ਕਰਨ ਵਾਲੇ ਖੇਤਰਾਂ ਤੇ ਧਿਆਨ ਕੇਂਦਰਿਤ ਕਰੇਗਾ। ਇਸ ਲਈ ਇਹ ਸਾਬਕਾ ਜੰਗਲਾਤ ਕਰਮਚਾਰੀਆਂ ਦੀ ਮਦਦ ਕਰਨ ਵਿੱਚ ਯੋਗ ਹੋਵੇਗਾ। ਫੰਡ ਮੁਨਾਫਾ ਰਹਿਤ ਪਰਿਯੋਜਨਾਵਾਂ ਦੀ ਯੋਜਨਾ ਬਣਾਉਣ ਅਤੇ ਸ਼ੁਰੂ ਕਰਨ ਲਈ ਸਥਾਪਿਤ ਸੰਸਥਾਵਾਂ ਨੂੰ ਸਮਰਥਨ ਦੇਣ ਦਾ ਵਾਅਦਾ ਕਰਦਾ ਹੈ, ਜੋ ਖੇਤਰੀ ਅਤੇ ਆਦੀਵਾਸੀ ਭਾਈਚਾਰਿਆਂ ਨੂੰ ਸਿੱਧੇ ਲਾਭ ਅਤੇ ਨੌਕਰੀਆਂ ਪ੍ਰਦਾਨ ਕਰਦੇ ਹਨ। ਜੰਗਲਾਤ ਕੰਪਨੀਆਂ ਨੂੰ ਨਵੇਂ ਉਤਪਾਦਾਂ ਜਿਵੇਂ ਕਿ ਵੱਡੇ ਪੱਧਰ ਤੇ ਲੱਕੜ ਦੇ ਉਤਪਾਦਨ ਜਾਂ ਕਾਗਜ਼ ਦੀ ਪੈਕਿੰਗ ਲਈ ਨਵੇਂ ਉਪਕਰਣ ਖਰੀਦਣ ਦੀ ਜ਼ਰੂਰਤ ਹੁੰਦੀ ਹੈ। ਉਹ ਇਸ ਫੰਡ ਵਿੱਚ ਟੈਪ ਕਰ ਸਕਦੇ ਹਨ। ਮੰਗਲਵਾਰ ਦੀ ਘੋਸ਼ਣਾ ਉਦੋਂ ਆਈ ਜਦੋਂ ਐਬੀ ਬੁੱਧਵਾਰ ਨੂੰ BC ਨੈਚੁਰਲ ਰਿਸੋਰਸਿਸ ਫੋਰਮ ਨੂੰ ਸੰਬੋਧਿਤ ਕਰਨ ਦੀ ਤਿਆਰੀ ਕਰ ਰਹੇ ਸਨ। ਕੈਨਫੋਰਡ ਦੁਆਰਾ ਆਪਣੀ ਪ੍ਰਿੰਸ ਜਾਰਜ ਪਲਪ ਅਤੇ ਪੇਪਰ ਮਿਲ ਨੂੰ ਬੰਦ ਕਰਨ ਦੀ ਘੋਸ਼ਣਾ ਦੇ ਇੱਕ ਵੱਡੇ ਫੈਸਲੇ ਪਿੱਛੋਂ ਹਫ਼ਤੇ ਤੋਂ ਵੀ ਘੱਟ ਸਮੇਂ ਤੋਂ ਬਾਅਦ 300 ਲੋਕ ਆਪਣੀਆਂ ਨੌਕਰੀਆਂ ਗੁਆਉਣ ਲਈ ਤਿਆਰ ਸਨ। ਇਸ ਮਿਲ ਦਾ ਬੰਦ ਹੋਣਾ ਜੰਗਲਾਤ ਖੇਤਰ ਵਿੱਚ ਸਮਾਨ ਦੀ ਇੱਕ ਲੜੀ ਵਿੱਚ ਪ੍ਰਗਟ ਹੁੰਦਾ ਹੈ ਅਤੇ ਉਦਯੋਗ ਨੂੰ ਦਰਪੇਸ਼ ਵੱਡੀਆਂ ਚੁਣੌਤੀਆਂ ਵੱਲ ਇਸ਼ਾਰਾ ਕਰਦਾ ਹੈ। ਨੌਕਰੀਆਂ, ਆਰਥਿਕ ਵਿਕਾਸ ਅਤੇ ਨਵੀਨਤਾ ਮੰਤਰੀ ਬ੍ਰੈਂਡਾ ਬੇਲੀ ਨੇ ਕਿਹਾ ਕਿ ਫੰਡਿੰਗ ਲੋਕਾਂ ਵਿੱਚ ਨਿਵੇਸ਼ ਨੂੰ ਦਰਸਾਉਂਦੀ ਹੈ। ਉਸਨੇ ਇੱਕ ਬਿਆਨ ਵਿੱਚ ਕਿਹਾ, ਸਾਡੇ ਕੁਦਰਤੀ ਸਰੋਤ ਖੇਤਰ ਵਿੱਚ ਤਬਦੀਲੀ ਦੇ ਰੂਪ ਵਿੱਚ ਸਾਡੀ ਸਰਕਾਰ ਨਵੇਂ ਮੌਕੇ ਪ੍ਰਦਾਨ ਕਰਨ ਲਈ ਸਥਾਨਕ ਅਰਥ ਵਿਵਸਥਾਵਾਂ ਵਿੱਚ ਨਿਵੇਸ਼ ਕਰ ਰਹੀ ਹੈ, ਜੋ ਨੌਕਰੀਆਂ ਪੈਦਾ ਕਰਨਗੇ ਅਤੇ ਸਾਡੇ ਸੂਬੇ ਭਰ ਦੇ ਲੋਕਾਂ ਲਈ ਲੰਬੇ ਸਮੇਂ ਤੱਕ ਖੁਸ਼ਹਾਲੀ ਨੂੰ ਯਕੀਨੀ ਬਣਾਉਣਗੇ। ਪਿਛਲੇ ਸਾਲ ਕੈਨੇਡਾ ਬਾਰਡਰ ਤੇ ਮ੍ਰਿਤਕ ਪਾਏ ਜਾਣ ਵਾਲੇ ਭਾਰਤੀ ਮੂਲ ਦੇ ਗੁਜਰਾਤੀ ਪਰਿਵਾਰ ਦੇ 2 ਦੋਸ਼ੀਆਂ ਨੂੰ ਪੁਲਿਸ ਨੇ ਭਾਰਤ ਵਿੱਚ ਕੀਤਾ ਗਿਰਫਤਾਰ। ਆਪਣੇ ਆਪ ਨੂੰ ਇਮੀਗ੍ਰੇਸ਼ਨ ਏਜੰਟ ਦੱਸਣ ਵਾਲੇ ਇਨ੍ਹਾਂ ਵਿਅਕਤੀਆਂ ਦੇ 2 ਸਾਥੀ ਅਜੇ ਵੀ ਨੇ ਫਰਾਰ। ਭਾਰਤ ਵਿੱਚ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੂੰ ਗੈਰ ਕਾਨੂੰਨੀ ਇਮੀਗ੍ਰੇਸ਼ਨ ਏਜੰਟ ਦੱਸਿਆ ਜਾ ਰਿਹਾ ਹੈ, ਜੋ ਕਿ 4 ਜਾਣਿਆਂ ਦੇ ਭਾਰਤੀ ਪਰਿਵਾਰ ਦੇ ਸੰਬੰਧ ਵਿੱਚ, ਜਿਨ੍ਹਾਂ ਦੀ ਪਿਛਲੇ ਸਾਲ ਜਨਵਰੀ ਵਿੱਚ ਅਮਰੀਕਾ ਕੈਨੇਡਾ ਸਰਹੱਦ ਨੇੜੇ ਜੰਮ ਕੇ ਮੌਤ ਹੋ ਗਈ ਸੀ। ਪਰਿਵਾਰ ਦੇ 4 ਮੈਂਬਰ 19 ਜਨਵਰੀ 2022 ਨੂੰ ਕੈਨੇਡਾ ਦੇ ਮੈਨੀਟੋਬਾ ਤੋਂ USA ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਦੀਆਂ ਜੰਮੀਆਂ ਹੋਈਆਂ ਲਾਸ਼ਾਂ ਮੈਨੀਟੋਬਾ ਦੇ ਇੱਕ ਖੇਤ ਵਿੱਚ ਇਕੱਠੇ ਪਈਆਂ ਮਿਲੀਆਂ, ਜੋ ਕਿ ਅਮਰੀਕਾ ਦੀ ਸਰਹੱਦ ਤੋਂ ਸਿਰਫ 12 ਮੀਟਰ ਦੀ ਦੂਰੀ ਤੇ ਸੀ। ਗੁਜਰਾਤ ਵਿੱਚ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਉਹਨਾਂ ਨੇ ਗ੍ਰਿਫਤਾਰ ਕੀਤੇ ਗਏ ਗੈਰ ਕਾਨੂੰਨੀ ਇਮੀਗ੍ਰੇਸ਼ਨ ਏਜੰਟਾਂ ਤੋਂ ਇਲਾਵਾ ਉਹ ਅਮਰੀਕਾ ਅਤੇ ਕੈਨੇਡਾ ਵਿੱਚ ਸਥਿਤ 2 ਹੋਰ ਏਜੰਟਾਂ ਦੀ ਵੀ ਭਾਲ ਕਰ ਰਹੇ ਹਨ। 4 ਲੋਕਾਂ ਦਾ ਪਰਿਵਾਰ ਸੰਯੁਕਤ ਰਾਜ ਅਮਰੀਕਾ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੇ ਇੱਕ ਵੱਡੇ ਸਮੂਹ ਦਾ ਹਿੱਸਾ ਸੀ, ਜਦੋਂ ਕਿ ਗੁਜਰਾਤ ਦੇ 4 ਮੈਂਬਰਾਂ ਦੇ ਇਸ ਪਰਿਵਾਰ ਦੀ ਪਛਾਣ ਜਗਦੀਸ਼ ਪਟੇਲ, ਵੈਸ਼ਾਲੀ ਬੇਨ, ਉਹਨਾਂ ਦੀ ਧੀ ਵਿਹਾਂਗੀ ਅਤੇ ਪੁੱਤਰ ਧਾਰਮਿਕ ਵਜੋਂ ਹੋਈ ਸੀ। ਉਹਨਾਂ ਦੀ ਮੌਤ ਹੋ ਗਈ ਸੀ। ਬਾਕੀਆਂ ਨੂੰ ਅਮਰੀਕੀ ਅਧਿਕਾਰੀਆਂ ਨੇ ਸਰਹੱਦ ਪਾਰ ਕਰਨ ਤੋਂ ਬਾਅਦ ਹਿਰਾਸਤ ਵਿੱਚ ਲਿਆ ਸੀ।
ਸਿਟੀ ਕ੍ਰਾਈਮ ਬ੍ਰਾਂਚ ਨੇ ਇੱਕ ਕੇਸ ਵਿੱਚ ਇੱਕ ਅਪਰਾਧ ਦਰਜ ਕੀਤਾ ਜਿਸ ਵਿੱਚ ਮੁਜ਼ਲਮਾਂ ਯਾਨੀ ਕਿ ਏਜੰਟਾਂ ਨੇ 11 ਲੋਕਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਕੈਨੇਡਾ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿੱਚ ਬਰਫ਼ ਵਿੱਚ ਪੈਦਲ ਜਾਣ ਲਈ ਮਜਬੂਰ ਕੀਤਾ ਸੀ, ਜਿਸ ਕਾਰਨ ਇੱਕ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ ਸੀ। ਪਿਛਲੇ ਸਾਲ ਜਦੋਂ ਉਹਨਾਂ ਦੀਆਂ ਜੰਮੀਆਂ ਹੋਈਆਂ ਲਾਸ਼ਾਂ ਮਿਲੀਆਂ ਸਨ ਤਾਂ ਭਾਰਤੀ ਅਤੇ ਕੈਨੇਡੀਅਨ ਦੋਵੇਂ ਇਸ ਖਬਰ ਤੋਂ ਹੈਰਾਨ ਰਹਿ ਗਏ ਸਨ। ਇਹ ਪਰਿਵਾਰ ਐਮਰਸਨ ਮੈਨੀਟੋਬਾ ਵਿੱਚ 11 ਘੰਟਿਆਂ ਤੋਂ ਗੋਡਿਆਂ ਤੋਂ ਲੱਕ ਤੱਕ ਡੂੰਘੀ ਬਰਫ਼ ਵਿੱਚ ਲੰਘ ਰਿਹਾ ਸੀ, ਜਿੱਥੇ ਤਾਪਮਾਨ ਠੰਡ ਤੋਂ 35 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਚਲਾ ਗਿਆ ਸੀ। ਗ੍ਰਿਫਤਾਰ ਕੀਤੇ ਗਏ 2 ਏਜੰਟਾਂ ਤੇ ਪਰਿਵਾਰ ਦੇ ਮੈਂਬਰਾਂ ਨੂੰ ਕਾਗਜ਼ੀ ਕਾਰਵਾਈਆਂ ਦੀ ਸਪਲਾਈ ਕਰਨ ਅਤੇ ਉਹਨਾਂ ਨੂੰ ਅਮਰੀਕਾ ਪਹੁੰਚਾਉਣ ਦੀ ਮਦਦ ਕਰਨ ਵਿੱਚ ਦੋਸ਼ੀ ਕਰਾਰ ਕੀਤਾ ਗਿਆ ਹੈ। ਉਹਨਾਂ ਨੂੰ ਦੋਸ਼ੀ ਹੱਤਿਆ, ਮਨੁੱਖੀ ਤਸਕਰੀ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਪੈ ਰਿਹਾ ਹੈ ਭਾਰੀ। ਨਸ਼ਿਆਂ ਕਾਰਨ ਵੱਧ ਰਹੀਆਂ ਮੌਤਾਂ ਨੂੰ ਲੈ ਕੇ BC ਦੇ ਗੁਰਦੁਆਰਿਆਂ ਦੇ ਪ੍ਰਧਾਨ ਨੇ ਜਤਾਈ ਚਿੰਤਾ। BC ਦੇ ਇੱਕ ਗੁਰਦੁਆਰਾ ਸਾਹਿਬ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਜ਼ਹਿਰੀਲੇ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਚਿੰਤਾਜਨਕ ਵਾਧਾ ਦਿਸਦਾ ਹੈ। ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਨਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਉਹਨਾਂ ਨੂੰ ਇਸ ਮਹੀਨੇ 4 ਮੌਤਾਂ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ। ਪਿਛਲੇ 2 ਸਾਲਾਂ ਵਿੱਚ ਗੁਰਦੁਆਰਾ ਸਾਹਿਬ ਨੇ ਅੰਤਿਮ ਸੰਸਕਾਰ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਭਾਰਤ ਵਾਪਸ ਲਿਆਉਣ ਲਈ $2 ਲੱਖ ਖਰਚ ਕੀਤੇ ਸਨ। ਉਹਨਾਂ ਕਿਹਾ ਕਿ 95% ਕੇਸ ਨੌਜਵਾਨਾਂ ਦੇ ਹਨ ਅਤੇ ਉਹਨਾਂ ਵਿੱਚੋਂ 80% ਦੀ ਮੌਤ ਜ਼ਹਿਰੀਲੀਆਂ ਦਵਾਈਆਂ ਕਾਰਨ ਹੋਈ ਹੈ। ਪਰ ਜਦੋਂ ਵਾਲੀਆ ਨੇ ਕਿਹਾ ਕਿ ਉਹ ਭਾਰਤੀ ਭਾਈਚਾਰੇ ਵਿੱਚ ਰੁਝਾਨ ਦੇਖਣ ਦੇ ਯੋਗ ਹੋ ਗਏ ਹਨ, ਪਰ ਸਰਕਾਰ ਇਸ ਦੀ ਪੁਸ਼ਟੀ ਕਰਨ ਲਈ ਡੇਟਾ ਇਕੱਠਾ ਨਹੀਂ ਕਰਦੀ ਹੈ। ਉਸ ਡੇਟਾ ਤੋਂ ਬਿਨਾਂ ਉਸਨੇ ਕਿਹਾ ਸਭ ਤੋਂ ਵੱਧ ਜੋਖਮ ਵਾਲੇ ਲੋਕਾਂ ਨੂੰ ਸੂਚਿਤ ਕਰਨਾ ਮੁਸ਼ਕਿਲ ਹੈ ਅਤੇ ਉਸਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਸਮੱਸਿਆ ਸ਼ਾਇਦ ਦੱਖਣੀ ਏਸ਼ੀਆਈ ਭਾਈਚਾਰੇ ਵਿੱਚ ਉਹਨਾਂ ਮਾਮਲਿਆਂ ਨਾਲੋਂ ਵਧੇਰੇ ਵਿਆਪਕ ਹੈ ਜੋ ਨਿੱਜੀ ਤੌਰ ਤੇ ਪੁਸ਼ਟੀ ਕਰਨ ਦੇ ਯੋਗ ਹਨ। ਕੈਨੇਡਾ ਹੋਰ ਕਈ ਵੱਡੇ ਦੇਸ਼ਾਂ ਸਮੇਤ ਦੇ ਰਿਹਾ ਹੈ ਯੂਕਰੇਨ ਦਾ ਜੰਗ ਵਿੱਚ ਵੱਧ ਚੜ੍ਹ ਕੇ ਸਾਥ। ਰੂਸੀ ਹਮਲਾਵਰਾਂ ਖਿਲਾਫ ਭੇਜੇਗਾ ਕੁਝ 272 ਬੰਦ ਵਾਹਨ। ਆਓ ਜਾਣੀਏ ਇਹ ਪੂਰੀ ਖਬਰ। ਰੱਖਿਆ ਮੰਤਰੀ ਅਨੀਤਾ ਆਨੰਦ ਨੇ ਬੁੱਧਵਾਰ ਨੂੰ ਯੂਕਰੇਨ ਦੇ ਦੌਰੇ ਵਿੱਚ ਇਹ ਐਲਾਨ ਕੀਤਾ ਕਿ ਕੈਨੇਡਾ ਰੂਸੀ ਹਮਲਾਵਰਾਂ ਦੇ ਖਿਲਾਫ ਸੰਕਟ ਵਿੱਚ ਘਿਰੇ ਦੇਸ਼ ਦੀ ਰੱਖਿਆ ਵਿੱਚ ਮਦਦ ਲਈ 200 ਹੋਰ 72 ਬੰਦ ਵਾਹਨ ਭੇਜ ਰਿਹਾ ਹੈ। ਜਦੋਂ ਆਨੰਦ ਨੇ ਨਵੀਨਤਮ ਯੋਗਦਾਨ ਦਾ ਪਰਦਾਫਾਸ਼ ਕੀਤਾ, ਇਹ ਘੋਸ਼ਣਾ ਵੱਡੇ ਪੱਧਰ ਤੇ ਸਵਾਲਾਂ ਦੇ ਘੇਰੇ ਵਿੱਚ ਆ ਗਈ ਕਿ ਕੈਨੇਡਾ ਅਤੇ ਇਸ ਦੇ ਸਹਿਯੋਗੀ ਹੋਰ ਵੀ ਭਾਰੀ ਉਪਕਰਣ ਜਿਵੇਂ ਕਿ ਟੈਂਕਾਂ ਲਈ ਯੂਕਰੇਨ ਦੀ ਬੇਨਤੀ ਨੂੰ ਸਵੀਕਾਰ ਕਰਨਗੇ ਜਾਂ ਨਹੀਂ। ਕੈਨੇਡੀਅਨ ਰੱਖਿਆ ਮੰਤਰੀ ਨੇ ਯੂਕਰੇਨ ਦੇ ਰੱਖਿਆ ਮੰਤਰੀ ਓਲੈਕਸੀ ਰੈਜ਼ਨੀਕੋਵ ਨਾਲ ਮੁਲਾਕਾਤ ਤੋਂ ਬਾਅਦ ਰਾਜਧਾਨੀ ਕੀਵ ਵਿੱਚ ਯੂਕਰੇਨ ਦੀ ਫੌਜ ਲਈ 272 ਬੰਦ ਵਾਹਨ ਖਰੀਦਣ ਦੀ ਸਰਕਾਰ ਦੀ ਯੋਜਨਾ ਦਾ ਖੁਲਾਸਾ ਕੀਤਾ। ਇਹ ਵਾਹਨ $90 ਮਿਲੀਅਨ ਦੀ ਲਾਗਤ ਨਾਲ ਮਿਸੀਸਾਗਾ, ਓਨਟਾਰੀਓ ਸਥਿਤ ਇੱਕ ਕੰਪਨੀ ਰੋਸ਼ੈਲ ਤੋਂ ਖਰੀਦੇ ਜਾਣਗੇ। ਕੈਨੇਡਾ ਨੇ ਪਿਛਲੀ ਬਸੰਤ ਵਿੱਚ ਉਸੇ ਰੋਸ਼ੈਲ ਦੁਆਰਾ ਬਣਾਏ ਸੈਨੇਟਰ ਬਖਤਰਬੰਦ ਕਰਮਚਾਰੀ ਕੈਰੀਅਰਾਂ ਵਿੱਚੋਂ 8 ਨੂੰ ਯੂਕਰੇਨ ਭੇਜਿਆ ਸੀ। ਇਹ ਵਾਹਨ ਕੈਨੇਡਾ ਤੋਂ ਯੂਕਰੇਨ ਲਈ ਨਵੀਨਤਮ ਫੌਜੀ ਯੋਗਦਾਨ ਨੂੰ ਦਰਸਾਉਂਦੇ ਹਨ, ਕਿਉਂਕਿ ਰੂਸ ਨੇ ਫਰਵਰੀ ਵਿੱਚ ਦੇਸ਼ ਤੇ ਪੂਰੇ ਪੈਮਾਨੇ ਤੇ ਹਮਲਾ ਕੀਤਾ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦੇ ਸਭ ਤੋਂ ਵੱਡੇ ਸੰਘਰਸ਼ ਨੂੰ ਛੂਹਿਆ। ਰੈਜ਼ਨੀਕੋਵ ਨੇ ਬਖਤਰਬੰਦ ਵਾਹਨਾਂ ਦੇ ਨਾਲ-ਨਾਲ ਇਸ ਦੇ ਹੋਰ ਯੋਗਦਾਨਾਂ ਲਈ ਕੈਨੇਡਾ ਦਾ ਧੰਨਵਾਦ ਕੀਤਾ, ਜਿਸ ਵਿੱਚ ਪਿਛਲੇ ਹਫ਼ਤੇ ਲਗਭਗ $406 ਮਿਲੀਅਨ ਦੀ ਲਾਗਤ ਨਾਲ ਘੋਸ਼ਿਤ ਕੀਤੀ ਗਈ ਇੱਕ ਅਮਰੀਕੀ ਬਣੇ ਸਤਹ ਤੋਂ ਹਵਾਈ ਮਿਜ਼ਾਈਲ ਪ੍ਰਣਾਲੀ ਵੀ ਸ਼ਾਮਿਲ ਹੈ। ਯੂਕਰੇਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਅਜਿਹੇ ਹਵਾਈ ਰੱਖਿਆ ਪ੍ਰਣਾਲੀਆਂ ਉਸ ਦੇ ਦੇਸ਼ ਦੀ ਸਭ ਤੋਂ ਵੱਡੀ ਤਰਜੀਹ ਹਨ, ਕਿਉਂਕਿ ਰੂਸੀ ਮਿਜ਼ਾਈਲਾਂ ਦੇਸ਼ ਭਰ ਦੇ ਨਾਗਰਿਕ ਟੀਚਿਆਂ ਤੇ ਬਰਸਾਤ ਕਰਦੀਆਂ ਰਹਿੰਦੀਆਂ ਹਨ। ਰੈਜ਼ਨੀਕੋਵ ਨੇ ਮੁੱਖ ਜੰਗੀ ਟੈਂਕਾਂ ਦੀ ਜ਼ਰੂਰਤ ਨੂੰ ਵੀ ਦੁਹਰਾਇਆ। ਅਜਿਹੇ ਭਾਰੀ ਹਥਿਆਰਾਂ ਨੂੰ ਯੂਕਰੇਨੀ ਸੈਨਿਕਾਂ ਦੀ ਜਾਨ ਦੀ ਰੱਖਿਆ ਕਰਨ ਅਤੇ ਰੂਸੀ ਫੌਜਾਂ ਵਿਰੁੱਧ ਜਵਾਬੀ ਕਾਰਵਾਈਆਂ ਕਰਨ ਲਈ ਮਹੱਤਵਪੂਰਨ ਦੱਸਿਆ। ਸਹਿਯੋਗੀ ਇਸ ਗੱਲ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਕਿ ਯੂਕਰੇਨ ਨੂੰ ਟੈਂਕ ਭੇਜਣੇ ਹਨ ਜਾਂ ਨਹੀਂ। ਉਹਨਾਂ ਵਿੱਚ ਜਰਮਨੀ ਵੀ ਸ਼ਾਮਿਲ ਹੈ, ਜਿਸ ਨੂੰ ਆਪਣੇ ਕੁਝ ਲਿਓਪਾਰਡ 2 ਟੈਂਕਾਂ ਨੂੰ ਯੂਕਰੇਨ ਵਿੱਚ ਭੇਜਣ ਲਈ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਵਿੱਚ ਕੈਨੇਡਾ ਸ਼ਾਮਿਲ ਹੋਵੇਗਾ, ਜਿਸ ਵਿੱਚ ਕੈਨੇਡੀਅਨ ਆਰਮਡ ਫੋਰਸਿਸ ਦੁਆਰਾ ਵਰਤੋਂ ਕੀਤੇ ਗਏ 112 ਲਿਓਪਾਰਡ 2s ਹਨ। ਇਹ ਟੈਂਕ 2007 ਵਿੱਚ ਅਫਗਾਨਿਸਤਾਨ ਵਿੱਚ ਜੰਗ ਦੇ ਸਿਖਰ ਦੇ ਦੌਰਾਨ ਜਰਮਨੀ ਤੋਂ ਪ੍ਰਾਪਤ ਕੀਤੇ ਗਏ ਸਨ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ 24 ਫਰਵਰੀ 2022 ਨੂੰ ਰੂਸੀ ਫੌਜਾਂ ਦੇ ਯੂਕਰੇਨ ਵਿੱਚ ਦਾਖਲ ਹੋਣ ਤੋਂ ਬਾਅਦ ਕੈਨੇਡਾ ਨੇ ਲਗਭਗ $5 ਬਿਲੀਅਨ ਫੌਜੀ, ਵਿੱਤੀ ਅਤੇ ਮਾਨਵਤਾਵਾਦੀ ਸਹਾਇਤਾ ਦਾ ਯੋਗਦਾਨ ਪਾਇਆ ਹੈ। ਸੈਂਕੜੇ ਕੈਨੇਡੀਅਨ ਸੈਨਿਕ ਵੀ ਬ੍ਰਿਟੇਨ ਅਤੇ ਪੋਲੈਂਡ ਵਿੱਚ ਯੂਕਰੇਨੀ ਬਲਾਂ ਨੂੰ ਸਿਖਲਾਈ ਦੇ ਰਹੇ ਹਨ। ਐਨਡੀਪੀ ਆਗੂ ਜਗਮੀਤ ਸਿੰਘ ਨੇ ਟਰੂਡੋ ਸਰਕਾਰ ਤੇ ਲਾਏ ਇਲਜ਼ਾਮ। ਵੱਧਦੀ ਮਹਿੰਗਾਈ ਨੂੰ ਲੈ ਕੇ ਚੁੱਕਿਆ ਮੁੱਦਾ ਅਤੇ ਹੈਲਥ ਕੇਅਰ ਫੰਡਿੰਗ ਦੀ ਵੀ ਕੀਤੀ ਮੰਗ। ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਵਰਕਰਾਂ ਵਿਰੁੱਧ ਜੰਗ ਛੇੜ ਰਹੀ ਹੈ। ਸਿੰਘ ਨੇ ਅੱਜ ਆਪਣੇ ਨਿਊ ਡੈਮੋਕ੍ਰੇਟ ਕਾਕਸ ਨੂੰ ਇੱਕ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਮਜ਼ਦੂਰ ਵਰਗ ਦੁਆਰਾ ਦਰਪੇਸ਼ ਸੰਘਰਸ਼ਾਂ ਤੇ ਜ਼ੋਰ ਦਿੱਤਾ। ਉਹਨਾਂ ਨੇ ਪ੍ਰਧਾਨ ਮੰਤਰੀ ਤੇ ਮਹਿੰਗਾਈ ਅਤੇ ਕਰਿਆਨੇ ਦੀਆਂ ਵੱਧਦੀਆਂ ਕੀਮਤਾਂ ਨਾਲ ਨਜਿੱਠਣ ਲਈ ਕਾਫੀ ਕੁਝ ਨਾ ਕਰਨ ਦਾ ਦੋਸ਼ ਲਗਾਇਆ। ਸਿੰਘ ਨੇ ਟਰੂਡੋ ਤੇ ਦੇਸ਼ ਦੇ ਕੁਝ ਪ੍ਰੀਮੀਅਰਾਂ ਨੂੰ ਜਨਤਕ ਤੌਰ ਤੇ ਫੰਡ ਪ੍ਰਾਪਤ ਪਰ ਨਿੱਜੀ ਤੌਰ ਤੇ ਸਿਹਤ ਸੰਭਾਲ ਸੇਵਾਵਾਂ ਦੀ ਸ਼ੁਰੂਆਤ ਕਰਕੇ ਮੈਡੀਕੇਅਰ ਨੂੰ ਖਤਮ ਕਰਨ ਦੀ ਇਜਾਜ਼ਤ ਦੇਣ ਦਾ ਦੋਸ਼ ਵੀ ਲਗਾਇਆ। ਉਸਨੇ ਫੈਡਰਲ ਸਰਕਾਰ ਨੂੰ ਸੂਬਿਆਂ ਨਾਲ ਚੱਲ ਰਹੀ ਹੈਲਥ ਕੇਅਰ ਫੰਡਿੰਗ ਗੱਲਬਾਤ ਦੇ ਹਿੱਸੇ ਵਜੋਂ ਨਿੱਜੀਕਰਨ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਸਿੰਘ ਦਾ ਕਹਿਣਾ ਹੈ ਕਿ ਜਦੋਂ ਇਸ ਮਹੀਨੇ ਦੇ ਅੰਤ ਵਿੱਚ ਹਾਊਸ ਆਫ ਕਾਮਨਸ ਮੁੜ ਸ਼ੁਰੂ ਹੋਵੇਗਾ ਤਾਂ ਐਨਡੀਪੀ ਕਾਕਸ ਵਰਕਰਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਲੜਨ ਜਾ ਰਿਹਾ ਹੈ। ਸਿੰਘ ਨੇ ਬੁੱਧਵਾਰ ਨੂੰ ਓਟਾਵਾ ਵਿੱਚ ਕਿਹਾ, ਅਸੀਂ ਹਰ ਰੋਜ਼ ਮਹਿੰਗਾਈ ਨੂੰ ਘਟਾਉਣ, ਵਾਤਾਵਰਣ ਦੀ ਰੱਖਿਆ ਕਰਨ ਅਤੇ ਸਰਵਜਨਕ ਕੈਨੇਡੀਅਨ ਸਿਹਤ ਸੰਭਾਲ ਨੂੰ ਠੀਕ ਕਰਨ ਅਤੇ ਵਿਸਤਾਰ ਕਰਨ ਲਈ ਕਾਰਵਾਈ ਲਈ ਜ਼ੋਰ ਦੇ ਰਹੇ ਹਾਂ। ਅਸੀਂ ਹਰ ਮਦਦ ਲਈ ਲੜਨ ਜਾ ਰਹੇ ਹਾਂ ਅਤੇ ਉਮੀਦ ਹੈ ਕਿ ਅਸੀਂ ਲੋਕਾਂ ਲਈ ਜਿੱਤ ਸਕਦੇ ਹਾਂ। ਕੈਨੇਡਾ ਨੇ ਵਿਦੇਸ਼ੀ ਮੂਲ ਦੇ ਡੈਂਟਲ ਅਸਿਸਟੈਂਟਸ ਲਈ ਖੋਲ੍ਹੇ ਪੱਕੇ ਹੋਣ ਦੇ ਨਵੇਂ ਰਾਹ। ਡੈਂਟਲ ਅਸਿਸਟੈਂਟ ਸਮੇਤ 16 ਹੋਰ ਨਵੇਂ ਪੇਸ਼ਿਆਂ ਨੂੰ FSW ਦੀ ਨੌਕਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਵਿਦੇਸ਼ੀ ਸਿੱਖਿਅਕ ਡੈਂਟਲ ਅਸਿਸਟੈਂਟ ਹੁਣ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਦੁਆਰਾ ਕੈਨੇਡਾ ਵਿੱਚ ਆਵਾਸ ਕਰ ਸਕਦੇ ਹਨ, ਜੋ ਕਿ ਐਕਸਪ੍ਰੈਸ ਐਂਟਰੀ ਸਿਸਟਮ ਦੇ ਅਧੀਨ ਆਉਂਦਾ ਹੈ। FSW ਵਿੱਚ ਬਦਲਾਅ ਜਿਸ ਨੇ ਇਸ ਨੂੰ ਸੰਭਵ ਬਣਾਇਆ ਪਿਛਲੇ ਸਾਲ 16 ਨਵੰਬਰ ਨੂੰ ਆਇਆ, ਜਦੋਂ ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ ਉਸ ਵਰਕਰ ਇਮੀਗ੍ਰੇਸ਼ਨ ਪ੍ਰੋਗਰਾਮ ਅਧੀਨ ਯੋਗ ਪੇਸ਼ਿਆਂ ਦੀ ਸੂਚੀ ਵਿੱਚ 16 ਨਵੀਆਂ ਨੌਕਰੀਆਂ ਸ਼ਾਮਲ ਕੀਤੀਆਂ। ਜਿਸ ਦਿਨ IRCC ਨੇ ਨੈਸ਼ਨਲ ਆਕਿਊਪੇਸ਼ਨ ਵਰਗੀਕਰਨ 2021 ਲਾਗੂ ਹੋਇਆ, ਉਸੇ ਦਿਨ FSW ਦੇ ਅਧੀਨ ਯੋਗ ਪੇਸ਼ਿਆਂ ਦੀ ਸੰਖਿਆ 369 ਤੱਕ ਵੱਧ ਗਈ। 16 ਨਵੇਂ ਪੇਸ਼ਿਆਂ ਨੂੰ ਨੌਕਰੀਆਂ ਵਜੋਂ ਮੰਨਿਆ ਜਾਂਦਾ ਹੈ, ਜਿਸ ਲਈ ਕਰਮਚਾਰੀ ਨੂੰ ਇੱਕ ਕਾਲਜ ਡਿਪਲੋਮਾ, 2 ਸਾਲਾਂ ਤੋਂ ਘੱਟ ਦੀ ਅਪ੍ਰੈਂਟਿਸਸ਼ਿਪ ਸਿਖਲਾਈ ਜਾਂ ਨੌਕਰੀ ਦੌਰਾਨ 6 ਮਹੀਨਿਆਂ ਤੋਂ ਵੱਧ ਦੀ ਸਿਖਲਾਈ ਪ੍ਰਾਪਤ ਕਰਨੀ ਚਾਹੀਦੀ ਹੈ। FSW ਦੇ ਅਧੀਨ ਯੋਗ ਪੇਸ਼ਿਆਂ ਦੀ ਸੂਚੀ ਵਿੱਚ ਸ਼ਾਮਲ ਕੀਤੀਆਂ ਗਈਆਂ ਨੌਕਰੀਆਂ ਵਿੱਚ ਡੈਂਟਲ ਅਸਿਸਟੈਂਟ ਅਤੇ ਡੈਂਟਲ ਲੈਬੋਰੇਟਰੀ ਅਸਿਸਟੈਂਟ, ਨਰਸ ਸਹਾਇਕ, ਆਰਡਰਲੀ ਅਤੇ ਮਰੀਜ਼ ਸਰਵਿਸ ਅਸਿਸਟੈਂਟ, ਫਾਰਮੇਸੀ ਤਕਨੀਕੀ ਸਹਾਇਕ ਅਤੇ ਫਾਰਮੇਸੀ ਸਹਾਇਕ ਆਦਿ ਸ਼ਾਮਲ ਹਨ। ਡੈਂਟਲ ਅਸਿਸਟੈਂਟ ਉਹ ਮਿਹਨਤੀ ਲੋਕ ਜੋ ਦੰਦਾਂ ਦੇ ਡਾਕਟਰਾਂ, ਦੰਦਾਂ ਦੇ ਹਾਈਜੀਨਿਸਟ ਅਤੇ ਦੰਦਾਂ ਦੇ ਥੈਰੇਪਿਸਟਾਂ ਦੀ ਜਾਂਚ ਅਤੇ ਮਰੀਜ਼ਾਂ ਦੇ ਇਲਾਜ ਦੌਰਾਨ ਮਦਦ ਕਰਦੇ ਹਨ ਅਤੇ ਦੰਦਾਂ ਦੇ ਦਫ਼ਤਰਾਂ ਵਿੱਚ ਕਲੈਰੀਕਲ ਕੰਮ ਕਰਦੇ ਹਨ ਦੀ ਕੈਨੇਡਾ ਵਿੱਚ ਕਾਫੀ ਮੰਗ ਪਾਈ ਗਈ ਹੈ। ਸਵੇਰੇ ਸਵੇਰੇ ਪੋਰਟਮੈਨ ਬ੍ਰਿਜ ਤੇ ਵਰਤੀ ਇੱਕ ਘਟਨਾ, ਆਵਾਜਾਈ ਦਾ ਹੋਇਆ ਨੁਕਸਾਨ। ਬੁੱਧਵਾਰ ਸਵੇਰੇ 8 ਵਜੇ ਤੋਂ ਠੀਕ ਪਹਿਲਾਂ ਪੋਰਟਮੈਨ ਬ੍ਰਿਜ ਦੇ ਪੂਰਬ ਵੱਲ ਇੱਕ ਡੰਪ ਟਰੱਕ ਨੂੰ ਅੱਗ ਲੱਗ ਗਈ ਸੀ, ਜਿਸ ਕਾਰਨ ਆਵਾਜਾਈ ਵਿੱਚ ਕਾਫੀ ਦੇਰੀ ਹੋ ਗਈ। BC ਹਾਈਵੇ ਪੈਟਰੋਲ ਦੇ ਮਾਈਕ ਮੂਰ ਨੇ ਕਿਹਾ ਕਿ ਟਰੱਕ ਵਿੱਚ ਕੋਈ ਮਕੈਨੀਕਲ ਖਰਾਬੀ ਕਾਰਨ ਅੱਗ ਲੱਗ ਗਈ ਸੀ, ਪਰ ਇਸ ਅੱਗ ਕਾਰਨ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਮੂਰ ਨੇ ਸਵੇਰੇ 9 ਵਜੇ ਇਹ ਵੀ ਕਿਹਾ ਕਿ HOV ਲੇਨ ਅਤੇ ਟਰਨ ਲੇਨਾਂ ਤੱਕ ਹੈ ਅਤੇ 152 ਦੀ ਸੱਜੀ ਲੇਨ ਖੁੱਲੀ ਹੈ। ਪੂਰਬ ਵੱਲ ਕੁੱਲ 2 ਲੇਨ ਹੁਣੇ ਖੁੱਲੀਆਂ ਹਨ। ਅਸੀਂ ਵਾਹਨ ਚਾਲਕਾਂ ਦੇ ਧੀਰਜ ਅਤੇ ਸਮਝ ਦੀ ਕਦਰ ਕਰਦੇ ਹਾਂ, ਕਿਉਂਕਿ ਅਸੀਂ ਸਬੂਤ ਇਕੱਠੇ ਕਰਦੇ ਹਾਂ ਅਤੇ ਦ੍ਰਿਸ਼ ਨੂੰ ਸਾਫ਼ ਕਰਦੇ ਹਾਂ। ਟਾਈਮ ਲੱਗ ਰਿਹਾ ਹੈ ਲੇਨਾਂ ਨੂੰ ਖੋਲ੍ਹਣ ਵਿੱਚ ਅਤੇ ਟ੍ਰੈਫਿਕ ਵੀ ਹੌਲੀ-ਹੌਲੀ ਚੱਲ ਰਿਹਾ ਹੈ। ਕੱਟੀਆਂ ਲੇਨਾਂ ਦੇ ਨਾਲ ਭੀੜ ਭੜੱਕੇ ਦਾ ਸਮਾਂ ਇਸ ਲਈ
ਇਹ ਮੇਰੇ ਖਿਆਲ ਵਿੱਚ ਵਾਹਨ ਚਾਲਕਾਂ ਲਈ ਥੋੜ੍ਹਾ ਜਿਹਾ ਰੇਂਗਣ ਵਾਲਾ ਹੋਵੇਗਾ। ਮੁੱਖ ਗੱਲ ਇਹ ਹੈ ਕਿ ਹਰ ਕੋਈ ਠੀਕ ਹੈ ਅਤੇ ਮਕੈਨੀਕਲ ਸਮੱਸਿਆਵਾਂ ਹੁੰਦੀਆਂ ਰਹਿੰਦੀਆਂ ਹਨ। ਇੱਕ ਵੱਡੀ ਖਬਰ ਇਹ ਹੈ ਕਿ 20 ਸਾਲਾਂ ਬਾਅਦ ਮੱਧ ਐਲਬਰਟਾ ਵਿੱਚ ਸਿੱਖਾਂ ਦਾ ਪਹਿਲਾ ਧਾਰਮਿਕ ਸਥਾਨ ਸਥਾਪਿਤ ਕੀਤਾ ਗਿਆ। ਬੇਸਮੈਂਟ ਵਿੱਚ ਲੰਗਰ ਹਾਲ ਖੋਲ੍ਹਿਆ ਜਾਏਗਾ, ਜਿੱਥੇ ਲੋੜਵੰਦਾਂ ਨੂੰ ਭੋਜਨ ਅਤੇ ਆਸਰਾ ਮਿਲੇਗਾ। ਕਰੀਬ 20 ਸਾਲਾਂ ਤੋਂ ਬਾਅਦ ਕੇਂਦਰੀ ਐਲਬਰਟਾ ਵਿੱਚ ਸਿੱਖਾਂ ਦਾ ਪਹਿਲਾ ਧਾਰਮਿਕ ਸਥਾਨ ਆਖਰਕਾਰ ਉੱਤਰੀ ਰੈੱਡ ਡੀਅਰ ਇਲਾਕੇ ਵਿੱਚ ਖੁੱਲ੍ਹ ਗਿਆ ਹੈ। ਗੁਰਦੁਆਰਾ ਗੁਰੂ ਨਾਨਕ ਦਵਾਰ ਹਾਈਲੈਂਡ ਗ੍ਰੀਨ ਵਿੱਚ 6911 ਤੇ 63ਵੀਂ ਸਟਰੀਟ ਵਿੱਚ ਇੱਕ ਸਾਬਕਾ ਚਰਚ ਵਿੱਚ ਸਥਿਤ ਹੈ। ਇਮਾਰਤ ਜੋ ਕਿ ਪਹਿਲਾਂ ਇੱਕ ਚੈਪਲ ਸੀ, ਹੁਣ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਹੈ। ਗੁਰਦੁਆਰੇ ਦੇ ਪ੍ਰਧਾਨ ਨਿਸ਼ਾਨ ਸਿੰਘ ਸੰਧੂ ਨੇ ਕਿਹਾ ਕਿ ਇਸ ਧਾਰਮਿਕ ਸਥਾਨ ਦਾ ਉਦਘਾਟਨ ਰੈੱਡ ਡੀਅਰ ਖੇਤਰ ਦੇ ਸਿੱਖ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਹੈ, ਜੋ ਕਿ ਲਗਭਗ 2005 ਤੋਂ ਸਥਾਨਕ ਗੁਰਦੁਆਰਾ ਬਣਾਉਣਾ ਚਾਹੁੰਦੇ ਹਨ। ਰੈੱਡ ਡੀਅਰ ਖੇਤਰ ਵਿੱਚ ਵਧੇਰੇ ਸਿੱਖ ਲੋਕਾਂ ਦੇ ਜਾਣ ਨਾਲ ਫੰਡ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਸਨ। ਸੰਧੂ ਨੇ ਕਿਹਾ ਕਿ ਅਕਤੂਬਰ ਤੋਂ ਦਸੰਬਰ ਤੱਕ $4,50,000 ਦਾ ਵੱਡਾ ਹਿੱਸਾ ਐਡਮਿੰਟਨ, ਕੈਲਗਰੀ ਅਤੇ ਸਰੀ BC ਵਿੱਚ 150 ਰੈੱਡ ਡੀਅਰ ਪਰਿਵਾਰਾਂ, ਹੋਰ 25 ਖੇਤਰੀ ਪਰਿਵਾਰਾਂ ਅਤੇ ਹੋਰ ਸਿੱਖ ਸਮਰਥਕਾਂ ਵਿਚਕਾਰ ਇਕੱਠਾ ਕੀਤਾ ਗਿਆ ਸੀ। ਕੁਝ ਵਿਅਕਤੀਆਂ ਵੱਲੋਂ ਗੁਰਦੁਆਰੇ ਦੇ ਫੰਡ ਰੇਜ਼ਰ ਵਿੱਚ $10,000 ਦਾ ਯੋਗਦਾਨ ਪਾਉਣ ਦੇ ਨਾਲ ਸਾਬਕਾ ਚਰਚ ਨੂੰ ਬਿਨਾਂ ਕਿਸੇ ਗਿਰਵੀਨਾਮੇ ਦੇ ਖਰੀਦਿਆ ਜਾ ਸਕਦਾ ਹੈ। ਉਸਨੇ ਅੱਗੇ ਕਿਹਾ ਕਿ ਇਹ ਗੁਰਦੁਆਰਾ ਸਿੱਖ ਭਾਈਚਾਰੇ ਲਈ ਕਿੰਨਾ ਮਹੱਤਵਪੂਰਨ ਹੈ। ਇਸ ਤੋਂ ਪਹਿਲਾਂ ਸਿੱਖ ਪਰਿਵਾਰ ਮਹੀਨੇ ਵਿੱਚ ਇੱਕ ਵਾਰ ਕਿਰਾਏ ਦੇ ਕਮਿਊਨਿਟੀ ਹਾਲਾਂ ਵਿੱਚ ਇਕੱਠੇ ਹੁੰਦੇ ਸਨ। ਸੰਧੂ ਨੇ ਕਿਹਾ ਕਿ ਜਦੋਂ ਗਰੁੱਪ ਨੇ ਈਸਟ ਵਿਊ ਹਾਲ ਵਿੱਚ ਸ਼ੁਰੂਆਤੀ ਥਾਂ ਵਧਾ ਦਿੱਤੀ ਤਾਂ ਮੈਂਬਰ ਬੋਰ ਕਮਿਊਨਿਟੀ ਹਾਲ ਵਿੱਚ ਚਲੇ ਗਏ ਸਨ। ਪਰ ਹੁਣ ਜਦੋਂ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਵਾਰ ਖੁੱਲ੍ਹਿਆ ਹੈ ਤਾਂ ਸਿੱਖ ਪਰਿਵਾਰਾਂ ਕੋਲ ਸਿਮਰਨ, ਅਰਦਾਸ ਅਤੇ ਧਰਮ ਬਾਰੇ ਸਿੱਖਣ ਲਈ ਕਾਫੀ ਥਾਂ ਹੈ। ਗੁਰਦੁਆਰਾ ਸਾਹਿਬ ਰੋਜ਼ਾਨਾ ਸਵੇਰੇ 6 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹੇਗੇ। ਪੰਜਾਬੀ ਸ਼ਬਦ ਗੁਰਦੁਆਰੇ ਦਾ ਸ਼ਾਬਦਿਕ ਅਰਥ ਹੈ ਗੁਰੂ ਦਾ ਨਿਵਾਸ ਜਾਂ ਗੁਰੂ ਦਾ ਦਰਵਾਜ਼ਾ। ਸਿੱਖ ਮੰਨਦੇ ਹਨ ਕਿ ਰੱਬ ਹਰ ਥਾਂ ਮੌਜੂਦ ਹੈ। ਗੁਰਦੁਆਰਾ ਸਾਹਿਬ ਸਿੱਖ ਪਵਿੱਤਰ ਗ੍ਰੰਥ ਨੂੰ ਪ੍ਰਦਰਸ਼ਿਤ ਕਰਨ, ਅਧਿਆਤਮਿਕ ਗਿਆਨ ਸਿੱਖਣ, ਧਾਰਮਿਕ ਰਸਮਾਂ ਕਰਨ ਅਤੇ ਜਿੱਥੇ ਬੱਚੇ ਸਿੱਖ ਧਰਮ, ਨੈਤਿਕਤਾ, ਰੀਤੀ ਰਿਵਾਜ, ਪਰੰਪਰਾਵਾਂ ਅਤੇ ਗ੍ਰੰਥਾਂ ਨੂੰ ਸਿੱਖ ਸਕਦੇ ਹਨ। ਗੁਰਦੁਆਰਾ ਇੱਕ ਕਮਿਊਨਿਟੀ ਸੈਂਟਰ ਵੀ ਹੈ ਅਤੇ ਲੋੜਵੰਦਾਂ ਨੂੰ ਭੋਜਨ, ਆਸਰਾ ਅਤੇ ਸੰਗਤ ਪ੍ਰਦਾਨ ਕਰਦਾ ਹੈ। ਮੀਤ ਪ੍ਰਧਾਨ ਗੁਰਚਰਨ ਸਿੰਘ ਗਿੱਲ ਨੇ ਕਿਹਾ ਕਿ ਸਥਾਨਕ ਗੁਰਦੁਆਰਾ ਸਾਰਿਆਂ ਦਾ ਸਵਾਗਤ ਕਰਦਾ ਹੈ, ਇਸ ਲਈ ਉਹ ਵਿਆਪਕ ਭਾਈਚਾਰੇ ਨਾਲ ਸੰਬੰਧ ਬਣਾਉਣ ਦੇ ਯੋਗ ਹੋਣ ਦੀ ਉਮੀਦ ਕਰਦੇ ਹਨ। ਸੰਧੂ ਨੇ ਕਿਹਾ ਕਿ ਹਰ ਰੋਜ਼ ਸੈਲਾਨੀਆਂ ਲਈ ਬੇਸਮੈਂਟ ਰਸੋਈ ਵਿੱਚ ਖਾਣਾ ਬਣਾਇਆ ਜਾਏਗਾ ਅਤੇ ਕੁਝ ਭੋਜਨ ਸਥਾਨਕ ਬੇਕਰਾਂ ਦੇ ਆਸਰਾ ਨੂੰ ਦਾਨ ਕੀਤਾ ਜਾਵੇਗਾ। ਬੇਸਮੈਂਟ ਦੀ ਜਗ੍ਹਾ ਨੂੰ ਵਪਾਰਕ ਰਸੋਈ ਵਿੱਚ ਵਧਾਉਣ ਅਤੇ ਨਵੀਨੀਕਰਨ ਕਰਨ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ। ਇਸ ਲਈ ਹੋਰ ਖਾਣਾ ਬਣਾਇਆ ਅਤੇ ਦਾਨ ਕੀਤਾ ਜਾ ਸਕਦਾ ਹੈ। ਸੰਧੂ ਨੇ ਕਿਹਾ ਕਿ ਸਥਾਨਕ ਗੁਰਦੁਆਰਾ ਹੋਣ ਦਾ ਇੱਕ ਹੋਰ ਫਾਇਦਾ 2050 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੇਵਾ ਕਰਨ ਵਿੱਚ ਮਦਦ ਕਰਨਾ ਹੈ, ਜੋ ਭਾਰਤ ਤੋਂ ਰੈੱਡ ਡੀਅਰ ਵਿੱਚ ਸਕੂਲ ਜਾਣ ਲਈ ਆਉਂਦੇ ਹਨ। ਅਸੀਂ ਵਿਦਿਆਰਥੀਆਂ ਦੀ ਮਦਦ ਕਰਾਂਗੇ, ਉਹਨਾਂ ਨੇ ਕਿਹਾ। ਸਭ ਕੁਝ ਵੱਧ ਰਿਹਾ ਹੈ, ਨੋਟ ਕਰਦੇ ਹੋਏ ਇਸ ਲਈ ਬਹੁਤ ਸਾਰੇ ਨੌਜਵਾਨ ਜੋ ਘਰ ਤੋਂ ਦੂਰ ਹਨ, ਖਾਣੇ ਅਤੇ ਕੁਝ ਸਾਥੀ ਲਈ ਇੱਥੇ ਆਉਣ ਦੇ ਯੋਗ ਹੋਣ ਦੀ ਸ਼ਲਾਘਾ ਕਰਨਗੇ। ਖਬਰਾਂ ਦੇ ਅੱਜ ਦੇ ਇਸ ਖਾਸ ਸਿਲਸਿਲੇ ਵਿੱਚ ਬਸ ਇੰਨਾ ਹੀ। ਦੇਸ਼ ਵਿਦੇਸ਼ ਦੀਆਂ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਪਰ ਜਾਣ ਤੋਂ ਪਹਿਲਾਂ ਇੱਕ ਆਖਰੀ ਨਜ਼ਰ ਅੱਜ ਦੀਆਂ ਕੁਝ ਖਾਸ ਹੈਡਲਾਈਨਸ ਤੇ। ਐਲਬਰਟਾ ਵਿੱਚ ਲਗਭਗ 20 ਸਾਲਾਂ ਬਾਅਦ ਖੁੱਲਿਆ ਗੁਰਦੁਆਰਾ। ਸਿੱਖ ਸੰਗਤਾਂ 2005 ਤੋਂ ਕਰ ਰਹੀਆਂ ਸਨ ਉਡੀਕ। IRCC ਵੱਲੋਂ ਡੈਂਟਲ ਅਸਿਸਟੈਂਟਸ ਲਈ ਵੱਡੀ ਅਪਡੇਟ, ਹੁਣ ਐਕਸਪ੍ਰੈਸ ਐਂਟਰੀ ਲਈ ਹੋਣਗੇ ਯੋਗ। ਵੱਧ ਰਹੀ ਹੈ ਡਰੱਗਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ ਜਤਾਈ ਗਈ ਚਿੰਤਾ। ਕੈਨੇਡਾ ਯੂਕਰੇਨ ਦੀ ਮਦਦ ਲਈ ਭੇਜ ਰਿਹਾ ਹੈ 272 ਬੰਦ ਵਾਹਨ। ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕੀਤਾ ਐਲਾਨ। ਭਾਰਤੀ ਪੁਲਿਸ ਵੱਲੋਂ 2 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ। 4 ਲੋਕਾਂ ਦੀਆਂ ਮੌਤਾਂ ਦੇ ਸੰਬੰਧ ਵਿੱਚ ਠਹਿਰਾਇਆ ਦੋਸ਼ੀ।